ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਤਾਬ 10 ਪਾਤਸ਼ਾਹੀਆਂ ਜੀਵਨ ਕਾਰਜ ਤੇ ਉਪਦੇਸ਼ ਭਾਗ 6ਵਾਂ। ਗੁਰੂ ਨਾਨਕ ਦੇਵ ਜੀ ਨੂੰ ਕਰਤਾਰਪੁਰ ਜਾ ਕੇ ਮਿਲਣਾ। ਸੰਨ 1532 ਈਸਵੀ ਵਿੱਚ ਲਹਿਣਾ ਜੀ ਸੰਗ ਲੈ ਕੇ ਜਾ ਰਹੇ ਸਨ। ਰਸਤੇ ਵਿੱਚ ਕਰਤਾਰਪੁਰ ਥਾਣੇ ਜਾਣਾ ਧਾਰਿਆ ਹੋਇਆ ਸੀ। ਸੰਗ ਦਾ ਡੇਰਾ ਕਰਤਾਰਪੁਰ ਤੋਂ ਬਾਹਰ ਦੂਰ ਲਵਾਇਆ। ਰਾਤ ਭੇਟਾ ਗਾਉਂਦੇ ਰਹੇ ਅਤੇ ਅਗਲੇ ਦਿਨ ਸੰਗੀਆਂ ਤੋਂ ਛੁੱਟੀ ਲੈ ਕੇ ਘੋੜੀ 'ਤੇ ਚੜ੍ਹ ਕੇ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਚਲੇ ਗਏ। ਇੱਧਰ ਗੁਰੂ ਜੀ ਜੋ ਆਪਣੇ ਘਰ ਆਰਾਮ ਕਰ ਰਹੇ ਸਨ ਨੇ ਬਚਨ ਕੀਤਾ, ਮੇਰੇ ਰਾਜ ਦਾ ਧਨੀ ਆਇਆ ਹੈ, ਲੈ ਆਵਾਂ। ਮਹਿਮਾ ਪ੍ਰਕਾਸ਼ ਅਨੁਸਾਰ ਮੇਲ ਰਾਹ ਵਿੱਚ ਹੋਇਆ। ਘੋੜੀ ਰੋਕ ਰਸਤੇ ਵਿੱਚ ਲਹਿਣਾ ਜੀ ਜੋ ਗੁਰੂ ਜੀ ਨੂੰ ਜਾਣਦੇ ਨਹੀਂ ਸਨ ਨੇ ਉਹਨਾਂ ਨੂੰ ਹੀ ਪੁੱਛਿਆ, ਮੈਂ ਤਪੇ ਕੇ ਦਰਸ਼ਨ ਕੋ ਜਾਣਾ ਹੈ, ਕਿਹੜੇ ਰਾਹ ਜਾਵਾਂ? ਗੁਰੂ ਜੀ ਨੇ ਫਰਮਾਇਆ, ਪੁਰਖਾ ਮੇਰੇ ਪਿੱਛੇ ਪਿੱਛੇ ਤੁਰਿਆ ਆ। ਆਪਣੇ ਦੁਆਰ ਅੱਗੇ ਜਾ ਕੇ ਗੁਰੂ ਜੀ ਨੇ ਕਿਹਾ, ਘੋੜੀ ਉਸ ਕਿੱਲੇ ਬੰਨ੍ਹ ਕੇ ਦਰਵਾਜ਼ੇ ਅੰਦਰ ਆ ਜਾਣਾ। ਇੰਨੇ ਨੂੰ ਗੁਰੂ ਜੀ ਆਪਣੇ ਆਸਣ 'ਤੇ ਬਿਰਾਜ ਗਏ। ਲਹਿਣਾ ਜੀ ਨੇ ਅੰਦਰ ਜਾ ਕੇ ਮੱਥਾ ਟੇਕਿਆ। ਕੀ ਵੇਖਦੇ ਹਨ ਕਿ ਇਹ ਤਾਂ ਉਹੀ ਮਹਾਂਪੁਰਸ਼ ਹਨ ਜਿਨ੍ਹਾਂ ਨੂੰ ਰਾਹ ਪੁੱਛਿਆ ਸੀ। ਬੜੀ ਸ਼ਰਮ ਮਹਿਸੂਸ ਕੀਤੀ ਅਤੇ ਕਿਹਾ, ਮਹਾਰਾਜ ਮੈਥੋਂ ਘੋਰ ਬੇਅਦਬੀ ਹੋਈ ਹੈ। ਮੈਂ ਘੋੜੀ ਉੱਤੇ ਚੜ੍ਹਿਆ ਹੋਇਆ ਸੀ ਅਤੇ ਤੁਸੀਂ ਪੈਦਲ ਤੁਰੇ ਆ ਰਹੇ ਸੋ, ਮੈਨੂੰ ਬਖਸ਼ ਦਿਓ। ਗੁਰੂ ਜੀ ਨੇ ਦਿਲਾਸਾ ਦਿੱਤਾ ਅਤੇ ਕਿਹਾ, ਉੱਠ ਪੁਰਖਾ, ਤੈਥੋਂ ਕੋਈ ਭੁੱਲ ਨਹੀਂ ਹੋਈ। ਤੂੰ ਸਾਡਾ ਪ੍ਰਾਹੁਣਾ ਸੈਂ, ਤੇਰਾ ਆਦਰ ਕਰਨਾ ਸਾਡਾ ਫਰਜ਼ ਸੀ। ਗੁਰੂ ਜੀ ਨੇ ਫਿਰ ਪੁੱਛਿਆ, ਕਿੱਥੋਂ ਆਏ ਹੋ? ਤੁਹਾਡਾ ਨਾਂ ਕੀ ਹੈ? ਉੱਤਰ ਦਿੱਤਾ, ਜੀ ਮੈਂ ਖੰਡੂਰ ਸੰਗਰ ਤੋਂ ਆਇਆ ਹਾਂ, ਮੇਰਾ ਨਾਂ ਲਹਿਣਾ ਹੈ। ਗੁਰੂ ਜੀ ਖਿੜ ਖਿੜ ਕੇ ਹੱਸੇ ਅਤੇ ਕਹਿਣ ਲੱਗੇ, ਤੂੰ ਲੈਣਾ ਹੈ ਤੇ ਅਸੀਂ ਤੇਰਾ ਦੇਣਾ ਹੈ। ਚੰਗਾ ਹੋਇਆ ਤੂੰ ਆਪੇ ਹੀ ਆ ਗਿਆ। ਨਾਲੇ ਭਾਈ ਲਹਿਣੇਦਾਰ ਘੋੜੀਆਂ 'ਤੇ ਚੜ੍ਹ ਕੇ ਹੀ ਆਇਆ ਕਰਦੇ ਹਨ। ਫਿਰ ਗੁਰੂ ਜੀ ਨੇ ਸਿੱਖੀ ਰਹਿਤ ਬਾਰੇ ਬਚਨ ਕੀਤੇ। ਗੁਰੂ ਜੀ ਦੇ ਬਚਨ ਸੁਣ ਕੇ ਲਹਿਣਾ ਜੀ ਦੀ ਨਿਸ਼ਾ ਹੋ ਗਈ ਅਤੇ ਮਨ ਸ਼ਾਂਤ ਹੋ ਗਿਆ ਅਤੇ ਨਿਸ਼ਚਾ ਹੋ ਗਿਆ ਕਿ ਜੋ ਇਸ ਦਰ ਤੋਂ ਮਿਲ ਸਕਦਾ ਹੈ ਹੋਰ ਕਿਤਿਓਂ ਨਹੀਂ ਮਿਲ ਸਕਦਾ। ਉਹਨਾਂ ਇੱਥੇ ਦੇ ਹੀ ਹੋ ਕੇ ਰਹਿਣ ਦਾ ਫੈਸਲਾ ਕਰ ਲਿਆ। ਰਾਤ ਦਾ ਕੀਰਤਨ ਸੁਣ ਕੇ ਜਦੋਂ ਸੁੱਤੇ ਤਾਂ ਸੁਪਨੇ ਵਿੱਚ ਵੇਖਿਆ ਕਿ ਜਿਸ ਦੇਵੀ ਮਾਤਾ ਦੇ ਦਰਸ਼ਨਾਂ ਨੂੰ ਜਾ ਰਹੇ ਹਨ ਉਹ ਤੜਕਸਾਰ ਗੁਰੂ ਜੀ ਦੇ ਦੁਆਰ 'ਤੇ ਝਾੜੂ ਦੇ ਰਹੀ ਹੈ। ਜਦ ਲਹਿਣਾ ਜੀ ਨੇ ਪੁੱਛਿਆ ਕਿ ਤੂੰ ਕੌਣ ਹੈ ਤਾਂ ਦੇਵੀ ਨੇ ਉੱਤਰ ਦਿੱਤਾ ਕਿ ਮੈਂ ਉਹ ਹਾਂ ਜਿਸ ਦੇ ਦਰਸ਼ਨਾਂ ਨੂੰ ਤੁਸੀਂ ਜਾ ਰਹੇ ਹੋ। ਗੁਰੂ ਨਾਨਕ ਦੇ ਚਰਨਾਂ ਦੀ ਧੂੜ ਲੈਣ ਆਈ ਹਾਂ। ਇੱਥੋਂ ਮੈਨੂੰ ਸ਼ਕਤੀ ਪ੍ਰਾਪਤ ਹੁੰਦੀ ਹੈ ਅਤੇ ਜਨਮ ਸਫਲ ਹੁੰਦਾ ਹੈ। ਬਸ ਫਿਰ ਕੀ ਸੀ, ਨਿਸ਼ਚਾ ਹੋਰ ਪੱਕਾ ਹੋ ਗਿਆ ਕਿ ਗੁਰੂ ਨਾਨਕ ਦਾ ਦਰ ਹੀ ਉਹਨਾਂ ਦੀ ਮੰਜ਼ਿਲ ਇਹ ਮਕਸੂਦ ਹੈ। ਤੜਕੇ ਉੱਠੇ ਅਤੇ ਜਾ ਸੰਗ ਨੂੰ ਖਬਰ ਦਿੱਤੀ ਕਿ ਭਗਤੋ ਤੁਸੀਂ ਹੁਣ ਆਪਣੀ ਯਾਤਰਾ 'ਤੇ ਜਾਓ। ਉਹ ਹੁਣ ਕਰਤਾਰਪੁਰ ਹੀ ਟਿਕਣਗੇ ਅਤੇ ਸੰਗ ਦੇ ਨਾਲ ਨਹੀਂ ਜਾ ਸਕਣਗੇ। ਲਹਿਣਾ ਜੀ ਇੱਥੇ ਰਹਿ ਕੇ ਗੁਰੂ ਉਪਦੇਸ਼ ਸੁਣਦੇ, ਨਾਮ ਜਪਦੇ ਅਤੇ ਸੇਵਾ ਕਰਦੇ। ਕੁਝ ਦਿਨਾਂ ਬਾਅਦ ਗੁਰੂ ਜੀ ਨੇ ਕਿਹਾ, ਲਹਿਣਾ ਜੀ ਤੁਸੀਂ ਜਾਓ ਅਤੇ ਆਪਣੇ ਘਰ ਦਾ ਹਾਲ ਚਾਲ ਵੇਖ ਆਓ। ਹੁਕਮ ਮੰਨ ਕੇ ਵਾਪਸ ਖੰਡੂਰ ਆ ਗਏ। ਘਰ ਦਾ ਹਾਲ ਚਾਲ ਵੇਖਿਆ। ਪਹਿਲਾਂ ਤਾਂ ਖਲਾਰਾ ਘਟਾਇਆ, ਫਿਰ ਦਾਸੂ ਜੀ ਨੂੰ ਹੱਟੀ 'ਤੇ ਬਿਠਾਇਆ ਅਤੇ ਆਪਣੇ ਭਣੇਵੇਂ ਨੂੰ ਲੈਣ ਦੇਣ ਸਮਝਾ ਦਿੱਤਾ। ਬੱਚੀ ਅਮਰੋ ਦੀ ਮੰਗਣੀ ਗੁਰੂ ਅਮਰਦਾਸ ਜੀ ਦੇ ਸਭ ਤੋਂ ਛੋਟੇ ਭਰਾ ਮਾਨਕ ਚੰਦ ਜੀ ਦੇ ਪੁੱਤਰ ਜੱਸੂ ਜੀ ਨਾਲ ਕਰ ਦਿੱਤੀ।
ਇਹ ਬਾਸਰ ਕੇ ਪਿੰਡ ਦੇ ਰਹਿਣ ਵਾਲੇ ਸਨ। ਭਾਈ ਲਹਿਣਾ ਜੀ ਨੇ ਜਦ ਵਾਪਸ ਕਰਤਾਰਪੁਰ ਜਾਣ ਦੀ ਤਿਆਰੀ ਕੀਤੀ ਤਾਂ ਸੰਗੀਆਂ ਸੰਬੰਧੀਆਂ ਅਤੇ ਸਹੁਰਿਆਂ ਨੇ ਬਹੁਤ ਰੋਕਿਆ। ਮਾਤਾ ਖੀਵੀ ਨੂੰ ਵੀ ਚੁੱਕਿਆ ਕਿ ਤੇਰਾ ਪਤੀ ਤਪੇ ਨਾਨਕ ਦੇ ਪਿੱਛੇ ਲੱਗ ਸਾਧੂ ਹੋਣ ਲੱਗਾ ਹੈ। ਮਾਤਾ ਜੀ ਉੱਤੇ ਅਸਰ ਹੋਣਾ ਹੀ ਸੀ, ਉਹਨਾਂ ਵੀ ਰੋਕਿਆ। ਭਾਈ ਲਹਿਣਾ ਜੀ ਨੇ ਖੀਵੀ ਜੀ ਨੂੰ ਸਮਝਾਇਆ, ਤੁਹਾਨੂੰ ਕਿਸੇ ਨੇ ਗਲਤ ਦੱਸਿਆ ਹੈ। ਇਹਨਾਂ ਨੂੰ ਆਤਮ ਰਸ ਦੀ ਸਮਝ ਨਹੀਂ। ਜਿਸ ਕੋਲ ਮੈਂ ਜਾ ਰਿਹਾ ਹਾਂ ਉਹ ਕੋਈ ਜੋਗੀ ਸੰਨਿਆਸੀ ਨਹੀਂ, ਉਹ ਤਾਂ ਗ੍ਰਸਤ ਵਿੱਚੋਂ ਦਾਸੀ ਦਾ ਰਾਹ ਦਿਖਾਉਂਦਾ ਹੈ। ਖੀਵੀ ਜੀ ਨੂੰ ਭਰੋਸਾ ਹੋ ਗਿਆ ਅਤੇ ਉਹਨਾਂ ਨੇ ਲਹਿਣਾ ਜੀ ਨੂੰ ਖੁਸ਼ੀ ਨਾਲ ਤੋਰਿਆ। ਲਹਿਣਾ ਜੀ ਵਾਪਸ ਕਰਤਾਰਪੁਰ ਆ ਗਏ। ਆਉਂਦੇ ਹੋਏ 1.25 ਮਣ ਲੂਣ ਦੀ ਪੰਡ ਅਤੇ ਇੱਕ ਚਟਾਈ ਲੈ ਕੇ ਆਏ ਅਤੇ ਕਰਤਾਰਪੁਰ ਡੇਰੇ ਪਹੁੰਚੇ। ਅੱਗੇ ਮਾਤਾ ਜੀ ਬੈਠੇ ਸਨ। ਪੰਡ ਥੱਲੇ ਰੱਖ ਮੱਥਾ ਟੇਕਿਆ ਅਤੇ ਗੁਰੂ ਜੀ ਬਾਰੇ ਪੁੱਛਿਆ। ਮਾਤਾ ਜੀ ਨੇ ਦੱਸਿਆ ਕਿ ਝੋਨਿਆਂ 'ਚੋਂ ਨਦੀਨ ਕਢਾਉਣ ਲਈ ਖੇਤੀ ਗਏ ਹੋਏ ਹਨ। ਲਹਿਣਾ ਜੀ ਵੀ ਖੇਤਾਂ ਵਿੱਚ ਜਾ ਪਹੁੰਚੇ। ਗੁਰੂ ਜੀ ਨੂੰ ਮੱਥਾ ਟੇਕ ਉਹ ਵੀ ਉਸੇ ਕੰਮ ਲੱਗ ਗਏ। ਖੇਤੀ ਕਦੀ ਕੀਤੀ ਨਹੀਂ ਸੀ। ਨਦੀਨ ਦੇ ਨਾਲ ਧਾਨ ਵੀ ਵੱਢੀ ਜਾਣ। ਗੁਰੂ ਜੀ ਮੁਸਕਰਾਉਂਦੇ ਰਹੇ। ਨਦੀਨ ਦੀਆਂ 2 ਪੰਡਾਂ ਤਿਆਰ ਹੋ ਗਈਆਂ। ਇੱਕ ਪੰਡ ਗੁਰੂ ਜੀ ਨੇ ਚੁੱਕ ਲਈ ਅਤੇ ਦੂਜੀ ਲਹਿਣਾ ਜੀ ਨੇ। ਨਦੀਨ 'ਚੋਂ ਝਕੜੀਲੇ ਚੱਟੇ ਪਏ ਅਤੇ ਲਹਿਣਾ ਜੀ ਦੇ ਰੇਸ਼ਮੀ ਕੱਪੜੇ ਖਰਾਬ ਹੋ ਗਏ। ਉਹਨਾਂ ਦੀ ਇਹ ਹਾਲਤ ਵੇਖ ਕੇ ਮਾਤਾ ਜੀ ਕਹਿਣ ਲੱਗੇ, ਪਹਿਲਾਂ ਤਾਂ ਇਹ ਗੱਭਰੂ ਸੰਗਰ ਤੋਂ ਲੂਣ ਦੀ ਪੰਡ ਚੁੱਕ ਕੇ ਲਿਆਇਆ ਹੈ, ਫਿਰ ਤੁਹਾਡੇ ਨਾਲ ਨਦੀਨ ਕਢਾਇਆ, ਫਿਰ ਤੁਸੀਂ ਝਕੜੀਲੇ ਘਾਹ ਬੂਟ ਦੀ ਵੱਡੀ ਸਾਰੀ ਪੰਡ ਚੁਕਾ ਦਿੱਤੀ, ਜਿਸ ਨਾਲ ਉਸਦੇ ਰੇਸ਼ਮੀ ਕੱਪੜੇ ਸਾਰੇ ਖਰਾਬ ਹੋ ਗਏ। ਗੁਰੂ ਜੀ ਨੇ ਕਿਹਾ, ਇਹ ਨਦੀਨ ਦੀ ਪੰਡ ਨਹੀਂ, ਇਹ ਤਾਂ ਦੀਨ ਦੁਨੀ ਦਾ ਛਤਰ ਸੀ ਅਤੇ ਇਹ ਚਿੱਕੜ ਦੇ ਛਿੱਟੇ ਨਹੀਂ, ਇਹ ਤਾਂ ਕੇਸਰ ਦੇ ਛਿੱਟੇ ਹਨ। ਵੇਖਿਓ ਤਾਂ ਸਹੀ ਰੰਗ ਕਰਤਾਰ ਦੇ। ਲਹਿਣਾ ਜੀ ਸ਼ਬਦ ਕੀਰਤਨ ਸੁਣਦੇ, ਸੇਵਾ ਕਰਦੇ ਅਤੇ ਹਰ ਵੇਲੇ ਗੁਰੂ ਆਗਿਆ ਦਾ ਪਾਲਣ ਕਰਨ ਲਈ ਤਤਪਰ ਰਹਿੰਦੇ। ਇੱਕ ਤਰ੍ਹਾਂ ਨਾਲ ਉਹ ਗੁਰੂ ਜੀ ਦੇ ਨਿੱਜੀ ਸੇਵਕ ਹੀ ਬਣ ਗਏ। ਗੁਰੂ ਜੀ ਉਹਨਾਂ ਨਾਲ ਬਹੁਤ ਪਿਆਰ ਕਰਦੇ ਸਨ, ਜਿਸ ਕਾਰਨ ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ ਈਰਖਾ ਕਰਨ ਲੱਗ ਪਏ। ਇਹ ਵੇਖ ਕੇ ਗੁਰੂ ਜੀ ਨੇ ਲਹਿਣਾ ਜੀ ਨੂੰ ਵਾਪਸ ਭੇਜ ਦਿੱਤਾ ਅਤੇ ਆਖਿਆ, ਅਸੀਂ ਤੈਨੂੰ ਆਪ ਹੀ ਆ ਕੇ ਮਿਲਿਆ ਕਰਾਂਗੇ ਅਤੇ ਫਿਰ ਇੱਥੇ ਹੀ ਸੱਦ ਲਵਾਂਗੇ। ਸੋ 3 ਕੁ ਸਾਲ ਦੀ ਸੇਵਾ ਮਗਰੋਂ ਲਹਿਣਾ ਜੀ ਖਡੂਰ ਚਲੇ ਗਏ। ਗੁਰੂ ਜੀ 2 ਵਾਰ ਉਹਨਾਂ ਨੂੰ ਮਿਲਣ ਲਈ ਉੱਥੇ ਗਏ। ਦੂਜੀ ਵਾਰ ਵਾਪਸੀ ਤੇ ਨਾਲ ਹੀ ਲਹਿਣਾ ਜੀ ਨੂੰ ਵੀ ਕਰਤਾਰਪੁਰ ਲੈ ਆਏ। ਪ੍ਰੀਖਿਆ। ਗੁਰੂ ਜੀ ਤਾਂ ਪਹਿਲਾਂ ਹੀ ਜਾਣਦੇ ਸਨ ਕਿ ਲਹਿਣਾ ਜੀ ਉਹਨਾਂ ਦੀ ਗੱਦੀ ਸਾਂਭਣ ਦੇ ਯੋਗ ਹਨ। ਜਿਵੇਂ ਤੂੰ ਲਹਿਣਾ ਹੈ ਤਾਂ ਅਸੀਂ ਤੇਰਾ ਦੇਣਾ ਹੈ ਅਤੇ ਇਹ ਨਦੀਨ ਦੀ ਪੰਡ ਨਹੀਂ, ਇਹ ਤਾਂ ਦੀਨ ਦੁਨੀ ਦਾ ਛਤਰ ਸੀ ਅਤੇ ਇਹ ਚਿੱਕੜ ਨਹੀਂ, ਕੇਸਰ ਦੇ ਛਿੱਟੇ ਹਨ। ਫਿਰ ਵੀ ਉਹ ਬਾਕੀ ਸਾਰਿਆਂ ਵਿੱਚ ਸਿੱਧ ਕਰਨ ਲਈ ਪ੍ਰੀਖਿਆ ਪਰਤਾਵੇ ਲੈਂਦੇ ਰਹਿੰਦੇ। ਜਿੰਨਾ ਚਿਰ ਹਮੇਸ਼ਾ ਲਹਿਣਾ ਜੀ ਪੂਰੇ ਉਤਰਦੇ, ਜਦੋਂ ਕਿ ਬਾਕੀ ਸਿੱਖ ਅਤੇ ਦੋਵੇਂ ਸਾਹਿਬਜ਼ਾਦੇ ਪਿੱਛੇ ਰਹਿ ਜਾਂਦੇ। ਪਹਿਲਾ, ਗੁਰੂ ਨਾਨਕ ਦੇਵ ਜੀ ਤੜਕੇ ਉੱਠ ਰਾਵੀ 'ਚ ਇਸ਼ਨਾਨ ਕਰਕੇ ਨਾਮ ਸਿਮਰਨ ਵਿੱਚ ਲੱਗ ਜਾਂਦੇ। ਰਹਿਣਾ ਜੀ ਵੀ ਸੇਵਾਦਾਰ ਵਜੋਂ ਨਾਲ ਜਾਂਦੇ। ਉਹਨਾਂ ਦੀ ਰੀਸ ਇੱਕ ਦਿਨ ਬਾਬਾ ਬੁੱਢਾ ਜੀ, ਭਾਈ ਭਗੀਰਥ ਜੀ, ਭਾਈ ਅਜੀਤਾ ਅਤੇ ਭਾਈ
ਸਧਾਰਨ ਜੀ ਵੀ ਨਾਲ ਚਲੇ ਗਏ। ਰੱਬ ਦਾ ਭਾਣਾ ਅਚਾਨਕ ਠੱਕਾ ਵਗਣ ਲੱਗ ਪਿਆ। ਬੱਦਲ ਗੱਜਣ ਲੱਗੇ ਅਤੇ ਬਿਜਲੀ ਚਮਕਣ ਲੱਗੀ। ਮੀਂਹ ਅਤੇ ਗੜੇ ਵੀ ਵਰਨ ਲੱਗੇ। ਸਾਰੇ ਠਰੂ ਠਰੂ ਕਰਦੇ ਡੇਰੇ ਨੂੰ ਮੁੜ ਆਏ, ਪਰ ਲਹਿਣਾ ਜੀ ਗੁਰੂ ਜੀ ਦੇ ਕੱਪੜੇ ਹਿੱਕ ਨਾਲ ਲਾਈ ਬੈਠੇ ਰਹੇ। ਗੁਰੂ ਜੀ ਆਏ ਤਾਂ ਲਹਿਣਾ ਜੀ ਨੂੰ ਇਕੱਲਿਆਂ ਵੇਖ ਕਹਿਣ ਲੱਗੇ, ਪੁਰਖਾ, ਹੋਰ ਸਭ ਚਲੇ ਗਏ, ਤੂੰ ਕਿਉਂ ਨਹੀਂ ਗਿਆ? ਅੱਗੋਂ ਲਹਿਣਾ ਜੀ ਆਖਣ ਲੱਗੇ, ਮੈਂ ਆਪ ਜੀ ਦਾ ਸੇਵਕ ਹਾਂ। ਸੇਵਾ ਸੇਵਕ ਦਾ ਕੰਮ ਨਹੀਂ, ਮਾਲਕ ਨੂੰ ਛੱਡ ਕੇ ਚਲੇ ਜਾਵੇ। ਦੂਜਾ, ਇੱਕ ਵਾਰ ਝੜੀ ਲੱਗੀ ਹੋਈ ਸੀ। ਸਿਆਲ ਦੀ ਰੁੱਤ ਸੀ। ਅੱਧੀ ਕੁ ਰਾਤ ਨੂੰ ਡੇਰੇ ਦੀ ਇੱਕ ਕੰਧ ਡਿੱਗ ਪਈ। ਗੁਰੂ ਜੀ ਕਹਿਣ ਲੱਗੇ ਕਿ ਕੰਧ ਹੁਣੇ ਹੀ ਉਸਾਰੀ ਜਾਵੇ। ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ ਅਤੇ ਕੁਝ ਹੋਰ ਉੱਘੇ ਸਿੱਖਾਂ ਵਿੱਚੋਂ ਕਿਸੇ ਦਾ ਹੌਸਲਾ ਨਾ ਪਿਆ ਕਿ ਮੀਂਹ ਠੱਕੇ ਦੀ ਸਿਆਲੀ ਰਾਤ ਵਿੱਚ ਗਿੱਲੀ ਮਿੱਟੀ ਦਾ ਕੰਮ ਕਰੇ। ਗੁਰੂ ਜੀ ਨੇ ਫਿਰ ਲਹਿਣਾ ਜੀ ਨੂੰ ਆਖਿਆ। ਉਹ ਝੱਟ ਉੱਠੇ ਅਤੇ ਕੰਧ ਬਣਾਉਣ ਦੇ ਕੰਮ ਨੂੰ ਲੱਗ ਪਏ ਅਤੇ ਸਾਰੀ ਰਾਤ ਹੀ ਲੱਗੇ ਰਹੇ। ਸਾਹਿਬਜ਼ਾਦਿਆਂ ਨੇ ਲਹਿਣਾ ਜੀ ਨੂੰ ਆਖਿਆ ਕਿ ਤੁਸੀਂ ਮੂਰਖ ਹੋ ਜੋ ਗਲਤ ਹੁਕਮ ਮੰਨੀ ਜਾਂਦੇ ਹੋ। ਪਰ ਲਹਿਣਾ ਜੀ ਨੇ ਹੱਥ ਜੋੜ ਕੇ ਆਖਿਆ, ਸੇਵਕ ਦਾ ਕੰਮ ਹੈ ਹੁਕਮ ਮੰਨਣਾ, ਹੁਕਮ ਦੀ ਫੋਲਾ ਫਾਲੀ ਕਰਨਾ ਉਸਦਾ ਕੰਮ ਨਹੀਂ। ਤੀਜਾ, ਇੱਕ ਵਾਰ ਗੁਰੂ ਜੀ ਨੇ ਅੱਧੀ ਰਾਤ ਨੂੰ ਕੱਪੜੇ ਧੋਣ ਲਈ ਵਾਰੀ-ਵਾਰੀ ਦੋਵਾਂ ਸਾਹਿਬਜ਼ਾਦਿਆਂ ਅਤੇ ਕਈ ਉੱਘੇ ਸਿੱਖਾਂ ਨੂੰ ਆਖਿਆ, ਪਰ ਕੋਈ ਨਾ ਉੱਠਿਆ। ਫਿਰ ਆਪ ਜੀ ਨੇ ਲਹਿਣਾ ਜੀ ਨੂੰ ਕਿਹਾ ਤਾਂ ਉਹ ਤੁਰੰਤ ਰਾਵੀ 'ਤੇ ਜਾ ਕੇ ਕੱਪੜੇ ਧੋ ਲਿਆਏ। ਚੌਥਾ, ਇੱਕ ਵਾਰ ਗੁਰੂ ਜੀ ਦੇ ਹੱਥੋਂ ਇੱਕ ਕਟੋਰਾ ਇੱਕ ਚਲੇ ਵਿੱਚ ਡਿੱਗ ਪਿਆ। ਜਦ ਦੋਵਾਂ ਪੁੱਤਰਾਂ ਨੇ ਚਿੱਕੜ ਵਿੱਚ ਵੜਨੋਂ ਨਾਂਹ ਕਰ ਦਿੱਤੀ ਤਾਂ ਗੁਰੂ ਜੀ ਨੇ ਲਹਿਣਾ ਜੀ ਵੱਲ ਇਸ਼ਾਰਾ ਕੀਤਾ। ਉਹ ਝੱਟ ਚਿੱਕੜ ਵਿੱਚੋਂ ਛੰਨਾ ਕੱਢ ਲਿਆਏ। ਪੰਜਵਾਂ, ਇੱਕ ਵਾਰ ਬਰਾਂਡੇ ਵਿੱਚ ਇੱਕ ਮੋਈ ਹੋਈ ਚੂਹੀ ਪਈ ਸੀ। ਪੁੱਤਰਾਂ ਨੇ ਇਨਕਾਰ ਕਰ ਦਿੱਤਾ, ਪਰ ਗੁਰੂ ਜੀ ਨੇ ਜਦੋਂ ਲਹਿਣਾ ਜੀ ਨੂੰ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਝੱਟ ਚੁੱਕ ਕੇ ਬਾਹਰ ਸੁੱਟ ਦਿੱਤੀ। ਵੇਖਣ ਨੂੰ ਤਾਂ ਇਹ ਨਿੱਕੀ ਜਿਹੀ ਗੱਲ ਹੈ, ਪਰ ਹੈ ਤਾਂ ਮੁਰਦਾ ਸੁੱਟਣਾ ਨੀਵੀਂ ਪੱਧਰ ਦਾ ਹੀ ਕੰਮ। ਇੰਜ ਗੁਰੂ ਜੀ ਲਹਿਣਾ ਜੀ ਨੂੰ ਭੱਠੀ 'ਚ ਤਪਾ ਕੇ ਸੋਨਾ ਬਣਾ ਰਹੇ ਸਨ। ਛੇਵਾਂ, ਇੱਕ ਵਾਰ ਗੁਰੂ ਜੀ ਨੇ ਇੱਕ ਰੁੱਖ ਵੱਲ ਇਸ਼ਾਰਾ ਕਰਕੇ ਦੋਵਾਂ ਪੁੱਤਰਾਂ ਨੂੰ ਆਖਿਆ ਕਿ ਉੱਪਰ ਚੜ੍ਹ ਕੇ ਹਲੂਣਾ ਮਾਰੋ ਤਾਂ ਮਠਿਆਈ ਡਿੱਗੇਗੀ। ਦੋਵਾਂ ਪੁੱਤਰਾਂ ਨੇ ਨਾਂਹ ਕਰ ਦਿੱਤੀ। ਗੁਰੂ ਜੀ ਨੇ ਜਦ ਲਹਿਣਾ ਜੀ ਵੱਲ ਵੇਖਿਆ ਤਾਂ ਉਹ ਝੱਟ ਰੁੱਖ ਉੱਪਰ ਚੜ੍ਹ ਗਏ। ਗੁਰੂ ਜੀ ਦੇ ਪੁੱਤਰਾਂ ਨੇ ਲਹਿਣਾ ਜੀ ਨੂੰ ਆਖਿਆ ਕਿ ਕਦੀ ਰੁੱਖਾਂ ਨੂੰ ਵੀ ਮਠਿਆਈ ਲੱਗਦੀ ਹੈ। ਲਹਿਣਾ ਜੀ ਦਾ ਜਵਾਬ ਸੀ, ਸੇਵਕ ਦਾ ਕੰਮ ਹੁਕਮ ਦੀ ਪਾਲਣਾ ਕਰਨਾ ਹੈ। ਰੁੱਖ ਨੂੰ ਮਠਿਆਈ ਲੱਗਦੀ ਹੈ ਜਾਂ ਨਹੀਂ, ਇਸ ਗੱਲ ਨਾਲ ਉਸਦਾ ਕੋਈ ਵਾਸਤਾ ਨਹੀਂ। ਸੱਤਵਾਂ, ਇੱਕ ਵਾਰ ਗੁਰੂ ਜੀ ਨੇ ਬੜਾ ਡਰਾਉਣਾ ਰੂਪ ਧਾਰ ਲਿਆ। ਜਾਂਗਲੀਆਂ ਵਾਂਗ ਮੈਲੇ ਅਤੇ ਪਾਟੇ ਕੱਪੜੇ ਪਾ ਲਏ, ਲੱਕ ਨਾਲ ਛੁਰਾ ਬੰਨ੍ਹ ਲਿਆ, ਕੁੱਤੇ ਮਗਰ ਲਾ ਲਏ ਅਤੇ ਜੰਗਲ ਵੱਲ ਤੁਰ ਪਏ। ਇਉਂ ਲੱਗੇ ਜਿਉਂ ਸ਼ਿਕਾਰ ਖੇਡਣ ਜਾ ਰਹੇ ਹਨ। ਕਈ ਸਿੱਖ ਤਾਂ ਵੇਸ ਵੇਖ ਕੇ ਡਰ ਗਏ, ਕਈ ਕਰੜੇ ਬਚਨ ਸੁਣ ਕੇ ਡਰ ਗਏ ਅਤੇ ਕਈਆਂ ਨੇ ਗੁਰੂ ਜੀ ਨੂੰ ਮਸਤਾਨਾ ਸਮਝ ਲਿਆ। ਕੁਝ ਸਿੱਖ ਪਿੱਛੇ ਲੱਗ ਤੁਰੇ। ਅੱਗੇ ਗਏ ਤਾਂ ਪੈਸੇ ਖਿਲਰੇ ਵੇਖ ਕੇ ਕਈਆਂ ਝੋਲੀਆਂ ਭਰ ਕੇ ਵਾਪਸ ਆ ਗਏ। ਅੱਗੇ ਗਏ ਤਾਂ ਚਾਂਦੀ ਦੇ ਸਿੱਕੇ ਪਏ ਦਿਸੇ, ਕਈ ਉਹਨਾਂ ਦੀਆਂ ਝੋਲੀਆਂ ਭਰ ਕੇ ਮੁੜ ਆਏ। ਅੱਗੇ ਗਏ ਤਾਂ ਸੋਨੇ ਦੀਆਂ ਮੋਹਰਾਂ ਖਿਲਰੀਆਂ ਵੇਖੀਆਂ,
ਕਈਆਂ ਉਹਨਾਂ ਦੀਆਂ ਝੋਲੀਆਂ ਭਰ ਲਿਆਏ। ਅੰਤ ਵਿੱਚ 3 ਸਿੱਖ ਹੀ ਰਹਿ ਗਏ। ਗੁਰੂ ਜੀ ਨੇ ਬਾਬਾ ਬੁੱਢਾ ਜੀ ਦੇ ਸਿਰ 'ਚ ਡੰਡਾ ਮਾਰਿਆ ਤਾਂ ਉਹ ਅਤੇ ਭਾਈ ਦੁਨੀ ਚੰਦ ਜੀ ਇੱਕ ਰੁੱਖ ਓਹਲੇ ਛੁਪ ਗਏ। ਆਖਿਰ ਇੱਕ ਭਾਈ ਲਹਿਣਾ ਜੀ ਹੀ ਰਹਿ ਗਏ। ਉਹਨਾਂ ਨੂੰ ਹੁਕਮ ਮਿਲਿਆ, ਇਹ ਮੁਰਦਾ ਖਾਓ। ਉਹ ਝੱਟ ਤਿਆਰ ਹੋ ਗਏ ਅਤੇ ਪੁੱਛਿਆ, ਹਜ਼ੂਰ ਕਿਹੜੇ ਪਾਸਿਓਂ ਖਾਵਾਂ? ਗੁਰੂ ਜੀ ਨੇ ਕਿਹਾ, ਵਿਚਕਾਰੋਂ। ਲਹਿਣਾ ਜੀ ਨੇ ਜਦ ਮੁਰਦੇ ਉੱਤੋਂ ਚਾਦਰ ਚੁੱਕੀ ਤਾਂ ਕੜਾਹ ਪ੍ਰਸ਼ਾਦ ਨਜ਼ਰੀ ਪਿਆ। ਧੰਨ ਹੈ ਗੁਰੂ ਨਾਨਕ ਪਾਤਸ਼ਾਹ ਅਤੇ ਧੰਨ ਉਹਨਾਂ ਦੀਆਂ ਪ੍ਰੀਖਿਆਵਾਂ। ਲਹਿਣਾ ਜੀ ਆਪਣੇ ਪਿਆਰ ਅਤੇ ਸ਼ਰਧਾ ਸਦਕਾ ਸਭ ਵਿੱਚੋਂ ਪਾਸ ਹੋ ਗਏ। ਗੁਰੂ ਜੀ ਨੇ ਪੁੱਛਿਆ, ਲਹਿਣਾ ਜੀ ਜਦ ਸਾਰੇ ਆਪਣੇ ਆਪਣੇ ਘਰਾਂ ਨੂੰ ਮੁੜ ਰਹੇ ਸਨ ਤਾਂ ਤੁਹਾਡਾ ਧਿਆਨ ਇਸ ਪਾਸੇ ਵੱਲ ਕਿਉਂ ਨਾ ਗਿਆ? ਲਹਿਣਾ ਜੀ ਨੇ ਉੱਤਰ ਦਿੱਤਾ, ਸੱਚੇ ਪਾਤਸ਼ਾਹ, ਹਰ ਕਿਸੇ ਮੁੜਨ ਵਾਲੇ ਪਾਸ ਕੋਈ ਥਾਂ ਟਿਕਾਣਾ ਹੋਵੇਗਾ, ਪਰ ਮੇਰਾ ਤਾਂ ਆਪ ਜੀ ਤੋਂ ਬਿਨਾਂ ਕੋਈ ਟਿਕਾਣਾ ਨਹੀਂ। ਮੈਂ ਕਿੱਥੇ ਜਾਂਦਾ? ਗੁਰੂ ਜੀ ਨੇ ਘੁੱਟ ਕੇ ਛਾਤੀ ਨਾਲ ਲਾਇਆ ਅਤੇ ਆਖਿਆ, ਅਸੀਂ ਵੀ ਟਿਕਾਣਾ ਹੀ ਲੱਭ ਰਹੇ ਹਾਂ, ਜਿੱਥੇ ਆਪਣੀ ਜੋਤ ਨੂੰ ਟਿਕਾ ਸਕੀਏ। ਸਾਨੂੰ ਵੀ ਟਿਕਾਣਾ ਮਿਲ ਗਿਆ ਹੈ। ਅੱਜ ਤੋਂ ਤੁਸੀਂ ਮੇਰਾ ਅੰਗ ਹੀ ਬਣ ਗਏ ਹੋ। ਲਹਿਣਾ ਜੀ ਦਾ ਨਾਂ ਵੀ ਅੰਗਦ ਦੇਵ ਰੱਖ ਦਿੱਤਾ। ਅਬ ਤੂੰ ਮੇਰੇ ਅੰਗ ਤੇ ਭਇਆ, ਤੂੰ ਲਹਿਣਾ ਮੈਂ ਦੇਣ ਦਇਆ ਗੁਰਗੱਦੀ। ਨਾਲ ਹੀ ਗੁਰਗੱਦੀ ਦੀ ਬਖਸ਼ਿਸ਼ ਵੀ ਦਿੱਤੀ। 5 ਪੈਸੇ ਅਤੇ ਨਰੇਲ ਰੱਖ ਕੇ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਤੋਂ ਤਿਲਕ ਲਵਾ ਕੇ ਭਾਈ ਲਹਿਣਾ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਬਣਾ ਦਿੱਤਾ ਅਤੇ ਆਪਣੀ ਜੋਤ ਵੀ ਉਹਨਾਂ 'ਚ ਟਿਕਾ ਦਿੱਤੀ। ਜੋਤ ਉਹਾਂ ਜੁਗਤ ਸਾਏ, ਸਾਹੇ ਕਾਇਆ ਫੇਰ ਪਲਟੀ ਹੈ। ਗੁਰੂ ਨਾਨਕ ਸਾਹਿਬ ਇੱਕ ਨਵੀਂ ਕੌਮ ਉਸਾਰਨਾ ਚਾਹੁੰਦੇ ਸਨ, ਜਿਸ ਲਈ ਇੱਕ ਲੰਮੀ ਅਗਵਾਈ ਦੀ ਲੋੜ ਸੀ। ਆਪਣੀ ਯੋਜਨਾ ਨੂੰ ਸਿਰੇ ਚਾੜ੍ਹਨ ਲਈ ਉਹ ਇੱਕ ਯੋਗ ਉੱਤਰਾਧਿਕਾਰੀ ਚਾਹੁੰਦੇ ਸਨ ਅਤੇ ਆਪਣੀ ਗੱਦੀ ਵੀ ਆਪਣੀ ਹੱਥੀਂ ਦੇਣੀ ਚਾਹੁੰਦੇ ਸਨ, ਤਾਂ ਜੋ ਪਿੱਛੋਂ ਕੋਈ ਝਗੜਾ ਨਾ ਖੜਾ ਹੋ ਜਾਵੇ। ਮਿਤੀ 14 ਜੂਨ 1539 ਈਸਵੀ, 17 ਹਾੜ 1596 ਬਿਕਰਮੀ ਨੂੰ ਗੁਰਗੱਦੀ ਦੇਣ ਉਪਰੰਤ ਆਗਿਆ ਕੀਤੀ ਕਿ ਤੁਸੀਂ ਖਡੂਰ ਚਲੇ ਜਾਓ। ਖਡੂਰ ਵਿੱਚ ਇੱਥੇ ਉਹ ਕਾਫੀ ਸਮਾਂ ਮਾਈ ਭਰਾਈ ਜੀ ਦੇ ਘਰ ਗੁਪਤਵਾਸ ਵਿੱਚ ਰਹੇ। ਮਾਈ ਭਰਾਈ, ਜਿਸਨੂੰ ਵਿਰਾਈ, ਸਭਰਾਈ ਅਤੇ ਸੱਤ ਭਰਾਈ ਵੀ ਕਿਹਾ ਜਾਂਦਾ ਸੀ, ਚੌਧਰੀ ਤਖਤ ਮੱਲ ਦੀ ਧੀ ਸੀ, ਜਿਸਨੂੰ ਬਾਬਾ ਫੇਰੂ ਮੱਲ ਆਪਣੀ ਭੈਣ ਮੰਨਦੇ ਸਨ ਅਤੇ ਲਹਿਣਾ ਜੀ ਆਪਣੀ ਭੂਆ। ਗੁਰੂ ਜੀ ਨੇ ਇਸ ਮਾਈ ਨੂੰ ਕਹਿ ਰੱਖਿਆ ਸੀ ਕਿ ਕਿਸੇ ਨੂੰ ਉਹਨਾਂ ਬਾਰੇ ਕੋਈ ਜਾਣਕਾਰੀ ਨਾ ਦੇਣਾ। ਉਹ ਰੋਜ਼ ਸਵੇਰੇ ਇੱਕ ਪਾ ਕੱਚੇ ਦੀ ਅਣਚੋਪੜੀ ਰੋਟੀ ਖਾ ਕੇ ਬੰਦਗੀ ਵਿੱਚ ਲੱਗੇ ਰਹਿੰਦੇ। ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਦੀ ਖਬਰ ਸੁਣ ਕੇ ਉਹ ਬਹੁਤ ਦੁਖੀ ਹੋਏ ਅਤੇ ਉਹਨਾਂ ਦੀ ਯਾਦ ਅਤੇ ਕਰਤਾਰ ਦੀ ਬੰਦਗੀ ਵਿੱਚ ਲੱਗੇ ਰਹੇ। ਸੰਗਤਾਂ ਕਰਤਾਰਪੁਰ ਜਾ ਕੇ ਖਡੂਰ ਆਉਂਦੀਆਂ, ਪਰ ਗੁਰੂ ਜੀ ਦੀ ਕੋਈ ਸੂਹ ਨਾ ਮਿਲਣ 'ਤੇ ਬਹੁਤ ਨਿਰਾਸ਼ ਹੋ ਜਾਂਦੀਆਂ। ਅੰਤ ਕੁਝ ਸਿੱਖਾਂ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਦੇ ਬਾਰੇ ਪਤਾ ਦੱਸਣ। ਬਾਬਾ ਜੀ ਨੇ ਅੰਤਰ ਧਿਆਨ ਹੋ ਕੇ ਪਤਾ ਲਾਇਆ। ਉਪਰੰਤ ਕੁਝ ਸੰਗਤਾਂ ਮਾਈ ਭਰਾਈ ਜੀ ਦੇ ਘਰ ਗਈਆਂ ਅਤੇ ਬਾਬਾ ਬੁੱਢਾ ਜੀ ਨੇ ਸੰਗਤਾਂ ਵੱਲੋਂ ਬੇਨਤੀ ਕੀਤੀ
ਤਾਂ ਕਿਤੇ ਜਾ ਕੇ ਆਪ ਜੀ ਨੇ ਗੁਪਤਵਾਸ ਤਿਆਗਿਆ ਅਤੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਈ। ਹੁਮਾਯੂੰ। ਜਦੋਂ ਹੁਮਾਯੂੰ ਬਾਦਸ਼ਾਹ ਸੰਨ 1540 ਈਸਵੀ ਵਿੱਚ ਸ਼ੇਰਸ਼ਾਹ ਸੂਰੀ ਪਾਸੋਂ ਹਾਰ ਖਾ ਕੇ ਲਾਹੌਰ ਵੱਲ ਭੱਜ ਜਾ ਰਿਹਾ ਸੀ ਤਾਂ ਬਿਆਸ ਦਰਿਆ ਪਾਰ ਕਰਕੇ ਉਸ ਨੂੰ ਪਤਾ ਲੱਗਾ ਕਿ ਜਿਸ ਗੁਰੂ ਨਾਨਕ ਦੇਵ ਜੀ ਦੇ ਉਸਦੇ ਪਿਤਾ ਬਾਬਰ ਨੂੰ ਵਾਰ ਅਤੇ ਉਪਦੇਸ਼ ਦਿੱਤਾ ਸੀ, ਉਸਦੀ ਗੱਦੀ ਉੱਤੇ ਇਸ ਵੇਲੇ ਗੁਰੂ ਅੰਗਦ ਜੀ ਬੈਠੇ ਹਨ, ਜੋ ਉਹਨਾਂ ਦੀਆਂ ਸਭ ਸ਼ਕਤੀਆਂ ਦੇ ਮਾਲਕ ਹਨ ਅਤੇ ਖਡੂਰ ਸਾਹਿਬ ਵਿਖੇ ਰਹਿੰਦੇ ਹਨ। ਇਹ ਸੁਣ ਕੇ ਹੁਮਾਯੂੰ ਦੇ ਦਿਲ ਵਿੱਚ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਪੈਦਾ ਹੋਈ ਅਤੇ ਉਹ ਖਡੂਰ ਸਾਹਿਬ ਪੁੱਜ ਗਿਆ। ਜਦ ਗੁਰੂ ਜੀ ਪਾਸ ਪਹੁੰਚਿਆ ਤਾਂ ਗੁਰੂ ਜੀ ਬੱਚਿਆਂ ਦੀਆਂ ਖੇਡਾਂ ਵੇਖ ਰਹੇ ਸਨ ਅਤੇ ਉਹਨਾਂ ਬਾਦਸ਼ਾਹ ਵੱਲ ਬਹੁਤ ਧਿਆਨ ਨਾ ਦਿੱਤਾ। ਇਹ ਖਿਆਲ ਕਰਕੇ ਉਸਦਾ ਕੋਈ ਆਦਰ ਸਤਿਕਾਰ ਨਹੀਂ ਹੋਇਆ। ਹੁਮਾਯੂੰ ਕ੍ਰੋਧ ਵਿੱਚ ਆ ਗਿਆ ਅਤੇ ਘੋੜੇ ਉੱਤੋਂ ਚੜ੍ਹਿਆ ਹੋਇਆ ਹੀ ਤਲਵਾਰ ਮਿਆਨੋਂ ਕੱਢਣ ਲੱਗਾ। ਗੁਰੂ ਜੀ ਨੇ ਹੱਸ ਕੇ ਕਿਹਾ, ਬਾਦਸ਼ਾਹ, ਇਹ ਤੇਰੀ ਤਲਵਾਰ ਸ਼ੇਰਸ਼ਾਹ ਨਾਲ ਹੋਈ ਲੜਾਈ ਵੇਲੇ ਕਿੱਥੇ ਸੀ? ਹੁਮਾਯੂੰ ਸ਼ਰਮਿੰਦਾ ਹੋ ਕੇ ਘੋੜੇ ਉੱਤੋਂ ਉਤਰਿਆ ਅਤੇ ਗੁਰੂ ਜੀ ਪਾਸੋਂ ਖਿਮਾ ਮੰਗੀ। ਗੁਰੂ ਜੀ ਨੇ ਉਸਨੂੰ ਸੱਚ ਅਤੇ ਧਰਮ ਦਾ ਉਪਦੇਸ਼ ਦਿੱਤਾ ਅਤੇ ਨਾਲ ਹੀ ਆਸ਼ੀਰਵਾਦ ਦਿੱਤਾ। ਸ਼ਿਵਨਾਥ ਤਪਾ। ਖਡੂਰ ਸਾਹਿਬ ਵਿੱਚ ਇੱਕ ਜੋਗੀ ਦਾ ਮੱਠ ਸੀ, ਜਿਸ ਦਾ ਮੁਖੀ ਤਪਾ ਸ਼ਿਵਨਾਥ ਸੀ। ਉਸ ਗੁਰੂ ਜੀ ਦੀ ਨਿੱਤ ਵੱਧਦੀ ਜਾ ਰਹੀ ਮਹਿਮਾ ਤੋਂ ਬੜੀ ਖਾਰ ਖਾਂਦਾ ਸੀ। ਰੱਬ ਦਾ ਭਾਣਾ ਇੱਕ ਸਾਲ ਮੀਂਹ ਨਾ ਪਿਆ ਅਤੇ ਡਾਢੀ ਔੜ ਲੱਗ ਗਈ। ਲੋਕ ਬਹੁਤ ਦੁਖੀ ਹੋਏ। ਤਪੇ ਨੇ ਲੋਕਾਂ ਵਿੱਚ ਪ੍ਰਚਾਰ ਕੀਤਾ, ਮੀਂਹ ਕੀ ਪਵੇ, ਇੱਥੇ ਤਾਂ ਇੱਕ ਗ੍ਰਸਤੀ ਗੁਰੂ ਬਣਿਆ ਬੈਠਾ ਹੈ, ਇਸ ਲਈ ਇੰਦਰ ਦੇਵਤਾ ਗੁੱਸੇ ਹੈ। ਜੇ ਤੁਸੀਂ ਉਸਨੂੰ ਪਿੰਡੋਂ ਕੱਢ ਦਿਓ ਤਾਂ ਮੀਂਹ ਮੈਂ ਪਵਾ ਦਿਆਂਗਾ, ਜਾਂ ਤੁਸੀਂ ਉਸਨੂੰ ਆਖੋ ਕਿ ਮੀਂਹ ਪਵਾਏ। ਘਬਰਾਏ ਹੋਏ ਲੋਕ ਜੋਗੀ ਦੀਆਂ ਗੱਲਾਂ ਵਿੱਚ ਆ ਗਏ ਅਤੇ ਗੁਰੂ ਜੀ ਨੂੰ ਮੀਂਹ ਪਵਾਉਣ ਲਈ ਆਖਣ ਲੱਗੇ। ਗੁਰੂ ਜੀ ਨੇ ਆਖਿਆ ਕਿ ਮੀਂਹ ਤਾਂ ਰੱਬ ਦੇ ਵੱਸ ਹੈ, ਜਦੋਂ ਉਸਨੂੰ ਮਨਜ਼ੂਰ ਹੋਵੇਗਾ ਪਵਾ ਦੇਵੇਗਾ। ਜੱਟ ਆਖਣ ਲੱਗੇ, ਗੁਰੂ ਜੀ, ਜਾਂ ਤਾਂ ਮੀਂਹ ਪਵਾਓ ਜਾਂ ਪਿੰਡੋਂ ਬਾਹਰ ਚਲੇ ਜਾਓ, ਤੁਹਾਡੇ ਜਾਣ ਪਿੱਛੋਂ ਤਪਾ ਮੀਂਹ ਪਵਾਉਣ ਦਾ ਜ਼ਿੰਮਾ ਲੈਂਦਾ ਹੈ। ਗੁਰੂ ਜੀ ਨੇ ਕਿਹਾ, ਚੰਗਾ ਭਾਈ, ਜੇ ਮੇਰੇ ਜਾਣ ਨਾਲ ਮੀਂਹ ਪੈਂਦਾ ਹੈ ਅਤੇ ਤੁਹਾਡਾ ਭਲਾ ਹੁੰਦਾ ਹੈ ਤਾਂ ਮੈਂ ਚਲਾ ਜਾਂਦਾ ਹਾਂ। ਅਤੇ ਗੁਰੂ ਜੀ ਸੰਗਤ ਸਮੇਤ ਦੂਜੇ ਪਿੰਡ ਖਾਨ ਰਜਾਦੇ ਦੀ ਜੂਹ ਵਿੱਚ ਜਾ ਬੈਠੇ। ਉਧਰ ਲੋਕ ਤਪੇ ਦੁਆਲੇ ਹੋ ਗਏ। ਉਸ ਬੜੇ ਊੜ ਪੋੜ ਕੀਤੇ ਅਤੇ ਤਰਲੇ ਮਾਰੇ, ਪਰ 8 ਦਿਨ ਲੰਘ ਗਏ ਅਤੇ ਮੀਂਹ ਪੈਣ ਵਿੱਚ ਹੀ ਨਾ ਆਇਆ। ਇੰਨੇ ਨੂੰ ਸ਼੍ਰੀ ਅਮਰਦਾਸ ਜੀ ਬਾਸਰਕੇ ਤੋਂ ਆ ਗਏ ਅਤੇ ਗੁਰੂ ਜੀ ਦੇ ਜਾਣ ਬਾਰੇ ਸਾਰੀ ਗੱਲ ਸੁਣ ਕੇ ਬੜੇ ਦੁਖੀ ਹੋਏ। ਉਹਨਾਂ ਜੱਟਾਂ ਨੂੰ ਆਖਿਆ, ਤੁਸੀਂ ਚੰਗਾ ਨਹੀਂ ਕੀਤਾ। ਤਪਾ ਤਾਂ ਪਖੰਡੀ ਹੈ, ਪਰ ਗੁਰੂ ਜੀ ਸਭ ਸ਼ਕਤੀਆਂ ਦੇ ਮਾਲਕ ਹਨ, ਉਹਨਾਂ ਦਾ ਨਾਂ ਲੈਣ ਨਾਲ ਹੀ ਮੀਂਹ ਪੈ ਜਾਵੇਗਾ। ਗੁਰੂ ਜੀ ਦਾ ਧਿਆਨ ਧਰ ਕੇ 2 ਵਾਰ ਆਖੋ, ਧੰਨ ਗੁਰੂ ਅੰਗਦ ਦੇਵ ਜੀ। ਲੋਕਾਂ ਦੇ ਇੰਜ ਕਰਨ ਦੀ ਦੇਰ ਹੀ ਸੀ ਕਿ ਮੀਂਹ ਪੈਣ ਲੱਗ ਪਿਆ ਅਤੇ ਔੜ ਦੂਰ ਹੋ ਗਈ। ਹੁਣ ਲੋਕ ਪਛਤਾਉਣ ਲੱਗੇ ਕਿ ਉਹਨਾਂ ਗੁਰੂ ਜੀ ਨੂੰ ਪਿੰਡੋਂ ਜਾਣ ਲਈ ਕਿਉਂ ਆਖਿਆ। ਉਹ ਭੜਕ ਉੱਠੇ ਅਤੇ ਤਪੇ ਨੂੰ ਧੱਕਾ ਮੁੱਕੀ ਅਤੇ
ਧੂ ਘਸੀਟ ਕਰਦੇ ਪਿੰਡ ਦੀ ਜੂਹ ਤੋਂ ਬਾਹਰ ਛੱਡ ਆਏ। ਤਪੇ ਨੂੰ ਕਾਫੀ ਸੱਟਾਂ ਵੱਜੀਆਂ, ਜਿਸ ਕਾਰਨ ਉਹ ਉੱਥੇ ਪਿਆ ਹੀ ਦਮ ਤੋੜ ਗਿਆ। ਉੱਧਰ ਸ਼੍ਰੀ ਅਮਰਦਾਸ ਜੀ ਗੁਰੂ ਜੀ ਦੇ ਦਰਸ਼ਨਾਂ ਨੂੰ ਖਾਨ ਰਜਾਦੇ ਪਹੁੰਚ ਗਏ। ਉਹਨਾਂ ਨੂੰ ਆਉਂਦੇ ਵੇਖ ਗੁਰੂ ਜੀ ਨੇ ਪਿੱਠ ਕਰ ਲਈ। ਭੁੱਲ ਬਖਸ਼ਾਉਣ ਲਈ ਬੇਨਤੀ ਕੀਤੀ ਤਾਂ ਗੁਰੂ ਜੀ ਕਹਿਣ ਲੱਗੇ, ਤੁਸੀਂ ਕਰਾਮਾਤ ਕਿਉਂ ਵਿਖਾਈ, ਨਾਲੇ ਤਪੇ ਦੀ ਮੌਤ ਦਾ ਕਾਰਨ ਬਣੇ। ਇਹ ਕਰਤਾਰ ਦੀ ਮਰਜ਼ੀ ਹੀ ਸੀ ਕਿ ਅਸੀਂ ਖੰਡੂਰ ਤੋਂ ਇੱਥੇ ਆਏ। ਕਿਸੇ ਨਾਲ ਰੋਸ ਕਾਹਦਾ? ਤੁਹਾਨੂੰ ਵੱਡਾ ਸਾਰਾ ਦਿਲ ਰੱਖਣਾ ਚਾਹੀਦਾ ਹੈ। ਮਾੜਿਆਂ ਨਾਲ ਵੀ ਚੰਗਾ ਵਰਤਣਾ, ਬੁਰੇ ਦਾ ਭਲਾ ਕਰਨਾ, ਅਪਰਾਧੀਆਂ ਨੂੰ ਮਾਫ਼ ਕਰਨਾ, ਸਿੱਧੇ ਰਾਹੇ ਪਾਉਣ ਅਤੇ ਕਰਤਾਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ। ਸ਼ਾਂਤ ਰਹਿਣਾ, ਭਾਣਾ ਮੰਨਣ, ਜੇਰਾ ਰੱਖਣ ਅਤੇ ਮਾਫ਼ ਕਰਨ ਨਾਲ ਹੀ ਹਉਮੈ ਮਰਦੀ ਹੈ। ਲੋਕਾਂ ਨੂੰ ਖੁਸ਼ ਕਰਨ ਲਈ ਕਰਾਮਾਤ ਦਿਖਾਉਣੀ ਸਾਡਾ ਰਾਹ ਨਹੀਂ। ਸਾਡੇ ਵਿੱਚ ਧਰਤੀ ਵਰਗੀ ਸਹਿਣਸ਼ੀਲਤਾ, ਪਰਬਤ ਵਰਗੀ ਅਡੋਲਤਾ, ਰੁੱਖਾਂ ਵਰਗਾ ਜੇਰਾ, ਪਾਣੀ ਜਿਹੀ ਨਿਰਮਲਤਾ, ਚੰਦਰਮਾ ਜਿਹੀ ਸ਼ੀਤਲਤਾ, ਆਕਾਸ਼ ਜਿਹੀ ਵਿਸ਼ਾਲਤਾ, ਸੂਰਜ ਵਾਂਗ ਸਭ ਦਾ ਭਲਾ ਕਰਨ ਵਾਲੇ ਗੁਣ ਹੋਣੇ ਚਾਹੀਦੇ ਹਨ। ਉੱਧਰ ਖੰਡੂਰ ਦੇ ਜੱਟ ਵੀ ਆਣ ਪੁੱਜੇ, ਗੁਰੂ ਜੀ ਤੋਂ ਖਿਮਾ ਮੰਗੀ ਅਤੇ ਵਾਪਸ ਖੰਡੂਰ ਜਾਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਆਖਿਆ, ਤਪੇ ਨੂੰ ਤਸੀਹੇ ਦੇ ਕੇ ਮਾਰਨ ਲਈ ਪਛਤਾਤਾਪ ਕਰੋ, ਕਰਤਾਰ ਤੋਂ ਖਿਮਾ ਮੰਗੋ, ਇੱਕ ਜਗ ਕਰੋ, ਸਾਰੇ ਗਰੀਬ ਗੁਰਬੇ ਅਤੇ ਸਾਧਾਂ ਸੰਤਾਂ ਨੂੰ ਭੋਜਨ ਛਕਾਓ ਅਤੇ ਅਰਦਾਸ ਕਰੋ ਕਿ ਵਾਹਿਗੁਰੂ ਤਪੇ ਜੋਗੀ ਦੀ ਆਤਮਾ 'ਤੇ ਰਹਿਮ ਕਰੇ। ਇੰਨਾ ਕੁਝ ਕਰ ਲਵੋਗੇ ਤਾਂ ਮੈਂ ਆ ਜਾਵਾਂਗਾ। ਲੋਕਾਂ ਨੇ ਇੰਝ ਹੀ ਕੀਤਾ ਅਤੇ ਗੁਰੂ ਜੀ ਵਾਪਸ ਖੰਡੂਰ ਆ ਗਏ। ਇਹ ਜਗ ਲੋਕ ਹਰ ਸਾਲ ਹੀ ਕਰਨ ਲੱਗ ਪਏ। ਚੌਧਰੀ ਬਖਤਾਵਰ। ਇੱਕ ਵਾਰ ਗੁਰੂ ਜੀ ਦੁਆਬੇ ਅਤੇ ਮਾਲਵੇ ਵਿੱਚ ਸੱਚ ਧਰਮ ਦਾ ਉਪਦੇਸ਼ ਦੇ ਕੇ ਵਾਪਸ ਹਰੀਕੇ ਆ ਟਿਕੇ। ਉੱਥੇ ਇੱਕ ਦਿਨ ਚੌਧਰੀ ਬਖਤਾਵਰ ਵੀ ਦਰਸ਼ਨਾਂ ਨੂੰ ਆਇਆ ਅਤੇ ਰਵਾਂ ਰਵੀ ਗੁਰੂ ਜੀ ਵਾਲੇ ਪਲੰਗ ਉੱਤੇ ਸਰਹਾਣੇ ਵੱਲ ਜਾ ਬੈਠਾ। ਸਿੱਖਾਂ ਨੇ ਬੁਰਾ ਮਨਾਇਆ। ਉਹ ਵੀ ਇਸ ਰੋਸ਼ ਨੂੰ ਭਾਵ ਗਿਆ ਅਤੇ ਕਹਿਣ ਲੱਗਾ, ਮੈਂ 72 ਪਿੰਡਾਂ ਦਾ ਮਾਲਕ ਹਾਂ, ਕੋਈ ਐਰਾ ਗੈਰਾ ਨਹੀਂ ਕਿ ਸਭ ਦੇ ਬਰਾਬਰ ਭੌਂ ਉੱਤੇ ਬੈਠਾਂ। ਸਹਿਣਸ਼ੀਲਤਾ, ਖਿਮਾ ਅਤੇ ਸ਼ਾਂਤੀ ਦੇ ਪੁੰਜ ਗੁਰੂ ਜੀ ਮੁਸਕਰਾ ਪਏ ਅਤੇ ਉਸ ਨੂੰ ਮਿੱਠਤ ਨੀਵੀਂ ਅਤੇ ਨੀਵੇਂ ਸੌ ਗੌਰਾ ਹੋਏ ਦਾ ਉਪਦੇਸ਼ ਦਿੱਤਾ। ਉਸ ਦਾ ਹੰਕਾਰ ਦੂਰ ਹੋ ਗਿਆ ਅਤੇ ਉਹ ਸਿੱਖ ਬਣ ਗਿਆ। ਭਾਣਾ ਮੰਨਣ ਦਾ ਸਿਧਾਂਤ। ਖੰਡੂਰ ਤੋਂ 3 ਕੋਹ ਤੇ ਭਾਈ ਜੀਵਾ ਨਾਂ ਦਾ ਇੱਕ ਸਿੱਖ ਰਹਿੰਦਾ ਸੀ, ਜੋ ਹਰ ਰੋਜ਼ ਗੁਰੂ ਜੀ ਕੇ ਲੰਗਰ ਵਿੱਚ ਦਹੀਂ ਅਤੇ ਖਿਚੜੀ ਪਹੁੰਚਾਇਆ ਕਰਦਾ ਸੀ। ਉਸ ਦੇ ਦੇਹਾਂਤ ਮਗਰੋਂ ਇਹ ਨੇਮ ਉਸ ਦੀ ਧੀ ਜਿਵਾਈ ਨੇ ਚਾਲੂ ਰੱਖਿਆ। ਇੱਕ ਦਿਨ ਉਹ ਦਹੀਂ ਖਿਚੜੀ ਲੈ ਕੇ ਤੁਰੀ ਜਾ ਤਾਂ ਜ਼ੋਰ ਦੀ ਹਨੇਰੀ ਆ ਗਈ। ਉਸਨੇ ਅਰਦਾਸ ਕੀਤੀ ਕਿ ਹਨੇਰੀ ਰੁਕ ਜਾਵੇ ਤਾਂ ਜੋ ਦਹੀਂ ਖਿਚੜੀ ਵੇਲੇ ਸਿਰ ਲੰਗਰ ਵਿੱਚ ਪਹੁੰਚਾਈ ਜਾ ਸਕੇ। ਇੰਝ ਹੀ ਹੋਇਆ, ਪਰ ਉਸ ਦਿਨ ਗੁਰੂ ਜੀ ਨੇ ਦਹੀਂ ਖਿਚੜੀ ਖਾਣੋਂ ਨਾਂਹ ਕਰ ਦਿੱਤੀ। ਜਿਵਾਈ ਨੇ ਜਦ ਨਾ ਖਾਣ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਕਹਿਣ ਲੱਗੇ, ਪੁੱਤਰੀ, ਤੂੰ ਰੱਬ ਦੀ ਰਜ਼ਾ ਵਿੱਚ ਦਖਲ ਦਿੱਤਾ ਹੈ, ਜੋ ਚੰਗੀ ਗੱਲ ਨਹੀਂ। ਸਾਨੂੰ ਸਦਾ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ ਅਤੇ ਉਸ ਦੇ ਭਾਣੇ ਨੂੰ ਖੁਸ਼ੀ-ਖੁਸ਼ੀ ਮੰਨਣਾ ਚਾਹੀਦਾ ਹੈ।
ਇਸ ਹਨੇਰੀ ਨੇ ਵੀ ਕਈਆਂ ਜੀਆਂ ਦਾ ਭਲਾ ਕਰਨਾ ਸੀ। ਕਿਤਾਬ 10 ਪਾਤਸ਼ਾਹੀਆਂ ਜੀਵਨ ਕਾਰਜ ਤੇ ਉਪਦੇਸ਼। ਇਸ ਕਿਤਾਬ ਦੇ ਪੂਰੇ ਭਾਗ ਨੂੰ ਸੁਣਨ ਲਈ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।